ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਅੱਜ ਦਾ ਦਿਨ ਸਿੱਖ ਇਤਿਹਾਸ ਵਿੱਚ। ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 22 ਅਪ੍ਰੈਲ ਦਾ ਦਿਨ ਰਾਏ ਸਿੰਘ ਭੰਗੀ, ਤਾਰਾ ਸਿੰਘ ਐਂਬਾ, ਬਘੇਲ ਸਿੰਘ ਦੀ ਅਗਵਾਈ ਹੇਠ ਸਿੱਖ ਫੌਜਾਂ ਨੇ ਬੇਗੀ ਘਾਟ ਤੋਂ ਜਮਨਾ ਪਾਰ ਇਲਾਕੇ ਤੇ ਹਮਲਾ ਕੀਤਾ। ਕਈ ਸਾਲ ਇਲਾਹਾਬਾਦ ਵਿੱਚ ਆਪ ਸਹੇੜੀ ਜਲਾਵਤਨੀ ਕੱਟਣ ਮਗਰੋਂ ਮੁਗਲਾਂ ਦਾ ਬਾਦਸ਼ਾਹ ਸ਼ਾਹ ਆਲਮ ਦੂਜਾ ਮਰਹਟਿਆਂ ਦੀ ਮਦਦ ਨਾਲ ਦਿੱਲੀ 'ਚ ਦਾਖਲ ਹੋਇਆ ਤੇ 6 ਜਨਵਰੀ 1770 ਦੇ ਦਿਨ ਪਹਿਲੀ ਵਾਰ ਦਿੱਲੀ ਦੇ ਤਖ਼ਤ ਤੇ ਬੈਠਿਆ। ਕੁਝ ਚਿਰ ਪਹਿਲਾਂ ਉਸਨੇ ਸਿੱਖਾਂ ਤੋਂ ਵੀ ਮਦਦ ਮੰਗੀ ਸੀ, ਪਰ ਉਸ ਦੀ ਸ਼ਰਤ ਸੀ ਕਿ ਸਿੱਖਾਂ ਦੀਆਂ ਸਾਰੀਆਂ ਮਿਸਲਾਂ ਦੇ ਆਗੂ ਉਸ ਨੂੰ ਇਕੱਠਿਆਂ ਲਿਖਤੀ ਯਕੀਨ ਦਿਵਾਉਣ ਤਾਂ ਉਹ ਉਹਨਾਂ ਦੀ ਹਿਫਾਜ਼ਤ 'ਚ ਦਿੱਲੀ ਆਵੇਗਾ। ਪਰ ਸਿੱਖ ਅਜਿਹਾ ਨਾ ਕਰ ਸਕੇ ਤੇ ਮਰਹਟਿਆਂ ਨੇ ਇਹ ਮੌਕਾ ਸੰਭਾਲ ਲਿਆ। ਪਰ ਮਰਹਟੇ ਵੀ ਇਸ ਦਾ ਫਾਇਦਾ ਨਾ ਉਠਾ ਸਕੇ ਕਿਉਂਕਿ ਉਹਨਾਂ ਦੇ ਮੁਖੀ ਪੇਸ਼ਵਾ ਮਾਧਵਰਾਓ ਦੀ ਮੌਤ ਹੋ ਗਈ ਤੇ ਉਹਨਾਂ 'ਚ ਘਰੋਗੀ ਲੜਾਈ ਸ਼ੁਰੂ ਹੋ ਗਈ। ਹੁਣ ਭਾਵੇਂ ਸ਼ਾਹ ਆਲਮ ਦਿੱਲੀ ਆ ਚੁੱਕਾ ਸੀ, ਪਰ ਉਸ ਦੇ ਦੋ ਵਜ਼ੀਰਾਂ ਨਜ਼ਫ ਖਾਨ ਤੇ ਅਬਦੁਲ ਅਹਿਮਦ ਖਾਨ ਦੀਆਂ ਸਾਜ਼ਿਸ਼ਾਂ ਦਿੱਲੀ ਸਰਕਾਰ ਦਾ ਬੜਾ ਨੁਕਸਾਨ ਕਰ ਰਹੀਆਂ ਸਨ। ਦੋ ਵਜ਼ੀਰਾਂ ਦੀ ਇਸ ਲੜਾਈ ਦਾ ਸਿੱਖਾਂ ਨੂੰ ਬੜਾ ਫਾਇਦਾ ਹੋਇਆ। ਇੱਧਰ 1773 ਦੇ ਅਖੀਰ 'ਚ ਸਿੱਖਾਂ ਨੇ ਜ਼ਾਬਤਾ ਖਾਨ ਰੋਹੀਲਾ ਨਾਲ ਸਾਂਝਾ ਫਰੰਟ ਬਣਾ ਲਿਆ ਤੇ ਦਸੰਬਰ 1773 ਤੇ ਜਨਵਰੀ 1774 'ਚ ਦਿੱਲੀ ਤੇ ਕਈ ਵਾਰ ਹਮਲਾ ਕੀਤਾ ਤੇ ਬਹੁਤ ਲੁੱਟਮਾਰ ਕੀਤੀ। ਸਿੱਖ ਤਾਂ ਸ਼ਾਹਦਰਾ, ਜੋ ਉਸ ਵੇਲੇ ਦਿੱਲੀ ਤੋਂ ਬਾਹਰ ਸੀ, ਵਿੱਚ ਵੀ ਲੁੱਟਮਾਰ ਕਰਦੇ ਰਹੇ। ਮਈ 1774 'ਚ ਸ਼ਾਹ ਆਲਮ ਨੂੰ ਸਿੱਖਾਂ ਨੂੰ ਸ਼ਾਹਬਾਜ਼ਪੁਰ ਦੀ ਜਾਗੀਰ ਦੇਣ ਤੇ 80,000 ਘੋੜਸਵਾਰ ਰੱਖਣ ਵਾਸਤੇ ਖਰਚੇ ਦੀ ਪੇਸ਼ਕਸ਼ ਕੀਤੀ। ਉਸਨੇ ਸਿੱਖ ਆਗੂਆਂ ਨੂੰ ਖਿਲਤ ਵੀ ਭੇਜੀ। ਜਦ ਸਿੱਖਾਂ ਨੇ ਉਸ ਦਾ ਸਾਥ ਦੇਣਾ ਨਾ ਮੰਨਿਆ ਤਾਂ ਉਸਨੇ ਕਈ ਹਜ਼ਾਰ ਫੌਜ ਭਰਤੀ ਕਰਕੇ ਸਿੱਖਾਂ ਦੇ ਇਲਾਕੇ ਖੋਹਣ ਦੀ ਯੋਜਨਾ ਬਣਾਈ। ਇਸ ਨੂੰ ਸਾਹਮਣੇ ਰੱਖ ਕੇ ਅਬਦੁਲ ਅਹਿਦ ਖਾਨ ਨੇ ਸ਼ਹਿਜ਼ਾਦਾ ਫਰਖੁੰਦਾ ਬਖਤ ਨੂੰ ਸਰਹੰਦ ਦਾ ਸੂਬੇਦਾਰ ਬਣਾ ਕੇ ਐਕਸ਼ਨ ਦੀ ਤਿਆਰੀ ਸ਼ੁਰੂ ਕਰਵਾ ਦਿੱਤੀ। ਉਸਨੇ ਵਾਲਟਰ ਰਾਇਹਾਰਟ ਨੂੰ ਸਰਹੰਦ ਦਾ ਨਾਇਬ ਸੂਬੇਦਾਰ ਵੀ ਬਣਾ ਲਿਆ ਤੇ ਉਸ ਦੀ ਕਮਾਨ ਹੇਠ ਫੌਜ ਭੇਜ ਦਿੱਤੀ, ਪਰ ਉਹ ਸਿੱਖਾਂ ਹੱਥੋਂ ਹਾਰ ਗਿਆ ਤੇ ਦਿੱਲੀ ਭੱਜ ਗਿਆ। ਇਸ ਮਗਰੋਂ ਅਬਦੁਲ ਅਹਿਦ ਖਾਨ ਨੇ ਸਿੱਖਾਂ ਨਾਲ ਖੁਫੀਆ ਸਮਝੌਤਾ ਕਰ ਲਿਆ ਤੇ ਇਸ ਯੋਜਨਾ ਹੇਠ ਸਿੱਖਾਂ ਨੇ ਦਿੱਲੀ ਦੇ ਆਲੇ ਦੁਆਲੇ ਕਈ ਹਮਲੇ ਕੀਤੇ ਤੇ ਨਜ਼ਫ ਖਾਨ ਨੂੰ ਵਕਤ ਪਾਈ ਰੱਖਿਆ। ਉਧਰ ਕੁਝ ਚਿਰ ਮਗਰੋਂ ਜ਼ਾਬਤਾ ਖਾਨ ਨੇ ਨਜ਼ਫ ਖਾਨ ਨਾਲ ਸਮਝੌਤਾ ਕਰ ਲਿਆ ਤੇ ਆਪਣੀਆਂ ਜ਼ਗੀਰਾਂ ਵੀ ਮੁੜ ਹਾਸਲ ਕਰ ਲਈਆਂ। ਇਸ ਤੇ ਗੁੱਸਾ ਕਰਕੇ ਸਿੱਖ ਫੌਜਾਂ ਨੇ 22 ਅਪ੍ਰੈਲ 1775 ਦੇ ਦਿਨ ਰਾਏ ਸਿੰਘ ਭੰਗੀ, ਤਾਰਾ ਸਿੰਘ ਐਂਬਾ, ਬਘੇਲ ਸਿੰਘ ਦੀ ਅਗਵਾਈ ਹੇਠ ਬੇਗੀ ਘਾਟ ਤੋਂ ਯਮਨਾ ਦਰਿਆ ਪਾਰ ਕੀਤਾ ਤੇ ਗੰਗ ਦੁਆਬ ਦੇ ਇਲਾਕੇ 'ਚ ਦਾਖਲ ਹੋ ਗਏ। ਸਿੱਖਾਂ ਦੇ ਹਮਲੇ ਤੋਂ ਡਰ ਕੇ ਜ਼ਾਬਤਾ ਖਾਨ ਰੋਹੀਲਾ ਪੁੱਤਰ ਨਜ਼ੀਬੁੱਦੌਲਾ ਰੋਹੀਲਾ ਵੀ ਭੱਜ ਗਿਆ ਤੇ ਗੌਂਸਗੜ੍ਹ ਦੇ ਕਿਲ੍ਹੇ 'ਚ ਜਾ ਰੁਕਿਆ। ਸਿੱਖਾਂ ਨੇ ਪਹਿਲਾਂ ਲਖਨੌਤੀ ਉੱਤੇ ਹਮਲਾ ਕਰਕੇ ਤੁਰਕਮਾਨੀਆਂ ਨੂੰ ਹਰਾਇਆ ਤੇ ਇਸ ਮਗਰੋਂ ਗੰਗੋਹ ਅਤੇ ਅੰਬੇਤਾ ਜਾ ਪਏ। ਇਹਨਾਂ ਦੋਹਾਂ ਥਾਵਾਂ ਨੂੰ ਲੁੱਟਣ ਮਗਰੋਂ ਸਿੱਖ ਫੌਜਾਂ ਨੇ ਦਿਓਬੰਦ ਉੱਤੇ ਹਮਲਾ ਕੀਤਾ। ਇੱਥੋਂ ਦੇ ਪਠਾਨ ਹਾਕਮ ਤਾਜ਼ਾ ਬੇਗ ਖਾਨ ਨੇ ਸਿੱਖਾਂ ਦਾ ਡਟ ਕੇ ਮੁਕਾਬਲਾ ਕੀਤਾ। ਕਾਫੀ ਲੰਬੀ ਲੜਾਈ ਮਗਰੋਂ ਵੀ ਸਿੱਖ ਫੌਜਾਂ ਕਿਲ੍ਹੇ ਉੱਤੇ ਕਬਜ਼ਾ ਨਾ ਕਰ ਸਕੀਆਂ, ਪਰ ਸਿੱਖਾਂ ਨੇ ਘੇਰਾ ਵੀ ਨਾ ਚੁੱਕਿਆ। ਉਹਨਾਂ ਕੋਲ ਕੋਈ ਤੋਪ ਨਹੀਂ ਸੀ। ਇਸ ਸੂਰਤ 'ਚ ਉਹਨਾਂ ਨੇ ਇੱਕ ਸੁਰੰਗ ਪੁੱਟੀ ਤੇ ਕਿਲ੍ਹੇ ਅੰਦਰ ਦਾਖਲ ਹੋ ਗਏ। ਕਿਲ੍ਹੇ 'ਚ ਗਹਿ-ਗੱਚ ਲੜਾਈ ਹੋਈ, ਜਿਸ 'ਚ ਤਾਜ਼ਾ ਬੇਗ ਖਾਨ ਬੜੀ ਬਹਾਦਰੀ ਨਾਲ ਲੜਿਆ। ਅਖੀਰ ਉਹ ਆਪ ਅਤੇ ਉਸਦੇ 400 ਜਾਂਬਾਜ਼ ਸਿਪਾਹੀ ਮਾਰੇ ਗਏ ਤੇ ਸਿੱਖਾਂ ਨੇ ਕਿਲ੍ਹੇ ਤੇ ਕਬਜ਼ਾ ਕਰ ਲਿਆ। ਇੱਧਰ ਜ਼ਾਬਤਾ ਖਾਨ ਨੇ ਵੀ ਸਿੱਖਾਂ ਨੂੰ 50,000 ਰੁਪਏ ਨਜ਼ਰਾਨਾ ਭੇਜ ਕੇ ਮੁਆਫੀ ਮੰਗ ਲਈ। ਇਸ ਮਗਰੋਂ ਸਿੱਖ ਫੌਜਾਂ ਨੇ ਮੇਰਠ ਤੇ ਕਬਜ਼ਾ ਕਰ ਲਿਆ ਤੇ ਇਸ ਨੂੰ ਜਿੱਤਣ ਮਗਰੋਂ ਸੋਨੀਪਤ ਨੂੰ ਕੂਚ ਕਰ ਦਿੱਤਾ ਤੇ ਫਿਰ ਦਿੱਲੀ ਉੱਤੇ ਵੀ ਹਮਲਾ ਕੀਤਾ। ਇਹਨਾਂ ਸਾਰੀਆਂ ਜਿੱਤਾਂ ਵਿੱਚੋਂ ਸਿੱਖਾਂ ਨੂੰ ਬਹੁਤ ਅਸਲਾ, ਸੋਨਾ ਤੇ ਦੌਲਤ ਲੱਭੀ। 1991 ਦੇ ਦਿਨ ਪੁਲਿਸ ਨੇ ਪ੍ਰਗਟ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਭੰਗਾਲੀ ਕਲਾਂ, ਜ਼ਿਲ੍ਹਾ ਅੰਮ੍ਰਿਤਸਰ ਨੂੰ ਇੱਕ ਨਕਲੀ ਮੁਕਾਬਲੇ ਸ਼ਹੀਦ ਕੀਤਾ। 1992 ਬੇਅੰਤ ਸਿੰਘ ਸਰਕਾਰ ਨੇ ਅਕਾਲੀਆਂ ਨੂੰ UNO ਦੇ ਸਕੱਤਰ ਜਨਰਲ ਨੂੰ ਮੈਮੋਰੰਡਮ ਨਾ ਦੇਣ ਦਿੱਤਾ। UNO ਦਾ ਸਕੱਤਰ ਜਨਰਲ ਬੁਟਰਸ ਘਾਲੀ ਅਪ੍ਰੈਲ 1992 'ਚ ਭਾਰਤ ਦਾ ਦੌਰਾ ਕਰ ਰਿਹਾ ਸੀ। ਸ਼੍ਰੋਮਣੀ ਅਕਾਲੀ ਦਲ ਨੇ ਉਸ ਨੂੰ ਬੇਅੰਤ ਸਿੰਘ ਸਰਕਾਰ ਦੇ ਜ਼ੁਲਮਾਂ ਵਿਰੁੱਧ ਮੈਮੋਰੰਡਮ ਦੇਣ ਦਾ ਐਲਾਨ ਕੀਤਾ, ਪਰ ਬੇਅੰਤ ਸਿੰਘ ਸਰਕਾਰ ਨੇ ਬਹੁਤੇ ਮੁਖੀ ਅਕਾਲੀਆਂ ਨੂੰ ਜੇਲ੍ਹਾਂ 'ਚ ਸੁੱਟ ਦਿੱਤਾ ਤੇ ਬਾਕੀਆਂ ਨੂੰ ਬੁਟਰਸ ਘਾਲੀ ਤੱਕ ਪਹੁੰਚਣ ਹੀ ਨਾ ਦਿੱਤਾ। ਦਿੱਲੀ 'ਚ ਵੀ ਅਕਾਲੀਆਂ ਨੂੰ UNO ਦੇ ਸਕੱਤਰ ਦੇ ਨੇੜੇ ਨਾ ਲੱਗਣ ਦਿੱਤਾ ਗਿਆ। ਅਕਾਲੀਆਂ ਦੀ ਰੌਲਾ ਪਾਉਣ ਦੀ ਆਦਤ ਦਾ ਕਰਕੇ ਹੀ ਅਜਿਹਾ ਵਾਪਰਿਆ। ਜੇਕਰ ਉਹ ਅਜਿਹਾ ਕੰਮ ਚੁੱਪ-ਚਾਪ ਕਰ ਦਿੰਦੇ ਤਾਂ ਉਹ ਸਕੱਤਰ ਤੱਕ ਪਹੁੰਚ ਸਕਦੇ ਸਨ, ਪਰ ਆਪਣੇ ਬਿਆਨ ਅਖਬਾਰਾਂ ਵਿੱਚ ਛਪਾਉਣ ਦੇ ਸ਼ੌਕ ਨੇ ਹੀ ਇਹ ਸਾਰਾ ਕੰਮ ਨੇਪਰੇ ਨਹੀਂ ਚੜ੍ਹਨ ਦਿੱਤਾ। 1997 ਆਤਮਾ ਸਿੰਘ ਲੋਬਾਣਾ ਨੂੰ ਅਕਾਲ ਤਖ਼ਤ ਦੇ ਪੁਜਾਰੀਆਂ ਨੇ ਪੇਸ਼ ਨਾ ਹੋਣ ਤੇ ਖਾਰਜ ਕਰ ਦਿੱਤਾ। ਇਹਨਾਂ ਦਿਨਾਂ 'ਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਆਤਮਾ ਸਿੰਘ ਲੋਬਾਣਾ ਨੇ ਜਗਦੀਸ਼ ਟਾਈਟਲਰ ਨਾਲ ਰਲ ਕੇ 1984 ਦੀਆਂ ਸਿੱਖ ਵਿਧਵਾਵਾਂ ਨੂੰ ਉਸ ਦੇ ਖਿਲਾਫ ਬਿਆਨ ਦੇਣ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਜਦ ਉਹ ਕਾਮਯਾਬ ਨਾ ਹੋਇਆ ਤਾਂ ਉਸਨੇ ਇਹਨਾਂ ਬੀਬੀਆਂ ਨਾਲ ਧੱਕਾ ਕਰਨਾ ਸ਼ੁਰੂ ਕਰ ਦਿੱਤਾ। ਇੱਕ ਵਾਰ ਤਾਂ ਉਸਨੇ ਬੀਬੀਆਂ ਤੇ ਜਿਸਮਾਨੀ ਹਮਲਾ ਤੱਕ ਵੀ ਕੀਤਾ, ਜਿਸ ਨਾਲ ਇੱਕ ਬੀਬੀ ਨੂੰ ਬਹੁਤ ਸੱਟਾਂ ਲੱਗੀਆਂ ਤੇ ਹੋਰਨਾਂ ਨੂੰ ਵੀ ਸੱਟਾਂ ਲੱਗੀਆਂ। ਜਦ ਇਹ ਕੇਸ ਅਕਾਲ ਤਖ਼ਤ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਰਣਜੀਤ ਸਿੰਘ ਕੋਲ ਪੁੱਜਾ ਤਾਂ ਉਹਨਾਂ ਨੇ ਆਤਮਾ ਸਿੰਘ ਨੂੰ ਤਲਬ ਕਰ ਲਿਆ, ਪਰ ਉਹ ਨਾ ਪੁੱਜਾ, ਜਿਸ ਤੇ ਰਣਜੀਤ ਸਿੰਘ ਨੇ ਉਸ ਨੂੰ ਪੰਥ 'ਚੋਂ ਖਾਰਜ ਕਰਨ ਦਾ ਫਤਵਾ ਜਾਰੀ ਕਰ ਦਿੱਤਾ। ਇਹ ਸੀ ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 22 ਅਪ੍ਰੈਲ ਦਾ ਦਿਨ।